ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਨੰਦ ਸਿੰਘ ਜੀ ਕਲਯੁਗ ਦੇ ਵਿੱਚ ਉਪ ਮਹਾਂਪੁਰਖ ਹੋਏ, ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਤੱਖ ਧੰਨ 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 ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕੀਤੇ, ਗੁਰੂ ਸਾਹਿਬਾਨ ਨੂੰ ਪ੍ਰਗਟ ਕਰਕੇ ਵਿਖਾਇਆ। ਜਦੋਂ ਵੀ ਕੋਈ ਬਾਬਾ ਨੰਦ ਸਿੰਘ ਜੀ ਕੋਲ ਆਂਦਾ, ਬਾਬਾ ਜੀ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਸ ਪੁਰਖ ਨੂੰ ਜੋੜਦੇ। ਜਦੋਂ ਵੀ ਕਿਤੇ ਕੋਈ ਧਾਰਮਿਕ ਦੀਵਾਨ ਸਜਦਾ, ਬਾਬਾ ਜੀ ਗੁਰੂ ਸਾਹਿਬਾਨ ਦੇ ਸਤਿਕਾਰ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਨ ਬਹੁਤ ਹੀ ਉੱਚਾ ਤੇ ਬਹੁਤ ਹੀ ਸੋਹਣਾ ਸਜਾਉਂਦੇ ਤੇ ਆਪ ਜੀ ਕੀਰਤਨੀਆਂ ਤੋਂ ਵੀ ਨੀਵੇਂ ਸਥਾਨ ਤੇ ਆਪਣਾ ਆਸਨ ਲਗਾ ਕੇ ਗੁਰੂ ਸਾਹਿਬਾਨ ਜੀ ਵੱਲ ਮੁੱਖ ਕਰਕੇ ਬੈਠਦੇ। ਉਹ ਆਸਨ ਅੱਜ ਵੀ ਨਾਨਕਸਰ ਵਿੱਚ ਲੱਗਾ ਹੋਇਆ ਹੈ। ਸਾਧ ਸੰਗਤ ਜੀ, ਸਾਨੂੰ ਵੀ ਲੋੜ ਹੈ ਕਿ ਅਸੀਂ ਵੀ ਬਾਬਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਧ ਤੋਂ ਵੱਧ ਦਿਲੋਂ ਸਤਿਕਾਰ ਕਰੀਏ, ਕਿਉਂਕਿ ਸਭ ਤੋਂ ਵੱਡੇ ਪ੍ਰਤੱਖ ਗੁਰੂ ਸਾਡੇ ਕੋਲ ਹਨ। ਬਸ ਲੋੜ ਹੈ ਤਾਂ ਸਾਨੂੰ ਉਹਨਾਂ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਨ ਦੀ। ਉਹਨਾਂ ਨੇ ਹੀ ਸਾਡਾ ਪਾਰ ਉਤਾਰਾ ਕਰਨਾ ਹੈ, ਨਹੀਂ ਤਾਂ ਸਾਡੇ ਦੁੱਖ ਤਕਲੀਫਾਂ ਤੇ ਬਿਮਾਰੀਆਂ ਦਲਿੱਦਰ ਦਾ ਕਦੀ ਅੰਤ ਹੀ ਨਹੀਂ ਹੋਵੇਗਾ। ਇਵੇਂ ਹੀ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਆਪਣੇ ਪ੍ਰਤੱਖ ਗੁਰੂ ਸਮਰੱਥ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਨਾ ਜਾਈਏ। ਉਹਨਾਂ 'ਤੇ ਕੋਈ ਸ਼ੰਕਾ, ਕੋਈ ਕਿੰਤੂ ਪਰੰਤੂ ਨਾ ਕਰੀਏ, ਕਿਉਂਕਿ ਇਸ ਦੇ ਨਾਲ ਅਸੀਂ ਆਪਣੇ ਹੀ ਕਰਮਾਂ ਦੇ ਵਿੱਚ ਕੰਡੇ ਬੀਜ ਰਹੇ ਹਾਂ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਸੱਚੀ ਸੁੱਖ ਚਾਹੁੰਦੇ ਹਾਂ ਤਾਂ ਦਿਨ ਪ੍ਰਤੀ ਦਿਨ ਵਾਹਿਗੁਰੂ ਜੀ ਦੇ ਲਈ ਪਿਆਰ ਤੇ ਸਤਿਕਾਰ ਦੇ ਵਿੱਚ ਵਾਧਾ ਕਰੀਏ। ਇਹ ਸਾਡੇ ਪ੍ਰਤੱਖ ਪਿਤਾ ਨੇ। ਜੇਕਰ ਅਸੀਂ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਾਣੀਏ ਤਾਂ ਉਹ ਸਾਨੂੰ ਕਦੀ ਵੀ ਕੋਈ ਦੁੱਖ ਆਣ ਹੀ ਨਹੀਂ ਦੇਣਗੇ, ਸਾਡਾ ਜੀਵਨ ਸੁੱਖਾਂ ਨਾਲ ਭਰ ਦੇਣਗੇ। ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਇੱਕ ਦੁਨਿਆਵੀ ਪਿਤਾ, ਜੇਕਰ ਉਸ ਦਾ ਬੱਚਾ ਆਪਣੇ ਪਿਤਾ ਦਾ ਬਹੁਤ ਜ਼ਿਆਦਾ ਪਿਆਰ ਕਰੇ ਤੇ ਪਿਤਾ ਨੂੰ ਬਹੁਤ ਹੀ ਸਤਿਕਾਰ ਦੇਵੇ, ਤਾਂ ਉਹ ਪਿਤਾ ਵੀ ਬੱਚੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ। ਬਸ ਸਾਨੂੰ ਵੀ ਲੋੜ ਹੈ ਆਪਣੇ ਪਿਤਾ ਵਾਹਿਗੁਰੂ ਜੀ ਵੱਲ ਨੂੰ ਤੁਰਨ ਦੀ, ਤੇ ਉਹ ਆਪ ਅੱਗੋਂ ਸਾਨੂੰ ਲੈਣ ਆਣਗੇ। ਸਾਡੇ ਸਾਰੇ ਦੁਨਿਆਵੀ ਦੁੱਖਾਂ ਤਕਲੀਫਾਂ ਤੇ ਸਾਰੇ ਹੀ ਕਲੇਸ਼ਾਂ ਦਾ ਉਹ ਅੰਤ ਕਰ ਦੇਣਗੇ ਤੇ ਸਾਡੇ ਜੀਵਨ ਦੇ ਵਿੱਚ ਸੁੱਖ ਹੀ ਸੁੱਖ ਭਰ ਦੇਣਗੇ। ਅਸੀਂ ਸਾਰੇ ਜੀਵ ਦੁਨਿਆਵੀ ਦੁੱਖਾਂ ਵਿੱਚ ਰੋ ਰੋ ਕੇ ਸਮਾਂ ਬਰਬਾਦ ਕਰ ਲੈਂਦੇ ਹਾਂ, ਆਪਣੇ ਕਰਮਾਂ ਨੂੰ ਕੋਸਦੇ ਰਹਿੰਦੇ ਹਾਂ। ਪਰ ਸਾਨੂੰ ਲੋੜ ਇੱਕ ਗੱਲ ਨੂੰ ਸਮਝਣ ਦੀ ਹੈ ਤੇ ਉਸ ਗੱਲ ਨੂੰ ਮੰਨ ਕੇ ਉਸ ਗੱਲ ਦੇ ਉੱਤੇ ਚੱਲਣ ਦੀ ਹੈ। ਗੱਲ ਸਿਰਫ ਸਿੰਪਲ ਹੈ, ਸਿੱਧੀ ਹੈ ਕਿ ਅਸੀਂ ਗੁਰਬਾਣੀ ਦਾ ਓਟ ਆਸਰਾ ਲਈਏ ਤੇ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਨੂੰ ਲਈਏ ਤੇ ਖੁਸ਼ੀਆਂ ਦੇ ਨਾਲ ਝੋਲੀਆਂ ਭਰਵਾ ਲਈਏ ਤੇ ਦੁੱਖਾਂ ਤੇ ਤਕਲੀਫਾਂ ਤੋਂ ਪੱਕੇ ਤੌਰ 'ਤੇ ਸਦਾ ਸਦਾ ਦੇ ਲਈ ਉਹਨਾਂ ਦਾ ਖਾਤਮਾ ਵਾਹਿਗੁਰੂ ਜੀ ਦੀ ਮਿਹਰ ਦੇ ਨਾਲ ਕਰਵਾ ਲਈਏ। ਵਾਹਿਗੁਰੂ ਜੀ ਤਾਂ ਆਪ ਚਾਹੁੰਦੇ ਹਨ ਕਿ ਉਹਨਾਂ ਦੇ ਸਿੱਖ ਰਾਜੀ ਬਣਨ, ਉਹ ਕਦੀ ਵੀ ਭਿਖਾਰੀਆਂ ਵਾਲਾ ਜਾਂ ਦੁੱਖਾਂ ਤਕਲੀਫਾਂ ਵਾਲਾ ਜੀਵਨ ਬਤੀਤ ਨਾ ਕਰਨ। ਉਹ ਚਾਹੁੰਦੇ ਨੇ ਕਿ ਉਹਨਾਂ ਦਾ ਹਰ ਇੱਕ ਸਿੱਖ ਜਿਹੜਾ ਹੈ ਉਹ ਸਮਰੱਥ ਹੋਵੇ ਹਰ ਇੱਕ ਪੱਖ ਤੋਂ, ਤੇ ਉਸ ਦੇ ਲਈ ਸਿੱਖ ਦਾ ਇੱਕ ਉਹਨਾਂ ਨੇ ਫਰਜ਼ ਦਿੱਤਾ ਹੈ ਜੋ ਹਰ ਇੱਕ ਸਿੱਖ ਨੂੰ ਨਿਭਾਉਣਾ ਜ਼ਰੂਰੀ ਹੈ। ਇੱਕ ਤਾਂ ਹੈ ਕਿ ਅੰਮ੍ਰਿਤ ਵੇਲੇ ਉੱਠੇ, ਬਾਣੀ ਦਾ ਪਾਠ ਕਰੇ। ਜੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਤਾਂ ਜਦੋਂ ਵੀ ਦਿਨ ਦੇ ਵਿੱਚ ਟਾਈਮ ਲੱਗੇ, ਸ਼ੁਰੂਆਤ ਤਾਂ ਕਰੇ, ਕਿਤਿਓਂ ਤਾਂ ਸ਼ੁਰੂ ਕਰੇ, ਸਮਝ ਕੇ ਗੁਰੂ ਸਾਹਿਬਾਨ ਦੇ ਨਾਲ ਦਿਲੋਂ ਪਿਆਰ ਕਰੇ, ਗੁਰਬਾਣੀ ਨੂੰ ਪੜ੍ਹੇ, ਗੁਰਬਾਣੀ ਦਾ ਓਟ ਆਸਰਾ ਲਏ, ਤਾਂ ਬਸ ਉਸਦੀ ਗਰੀਬੀ, ਦੁੱਖ, ਤਕਲੀਫ, ਭੁੱਖ ਸਾਰਾ ਕੁਛ ਬਹੁਤ ਹੀ ਜਲਦੀ ਖ਼ਤਮ ਹੋ ਜਾਏਗਾ। ਗੱਲ ਸਿਰਫ ਇੰਨੀ ਕੀ ਹੈ ਕਿ ਅਸੀਂ ਵਾਹਿਗੁਰੂ ਜੀ ਨੂੰ ਮੰਨੀਏ, ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਉੱਤੇ ਚੱਲੀਏ। ਬਾਬਾ ਨੰਦ ਸਿੰਘ ਜੀ ਨੂੰ ਇੰਨਾ ਮਹਾਤਮ ਤਾਂ ਹੀ ਮਿਲਿਆ, ਪ੍ਰਤੱਖ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਤਾਂ ਹੀ ਕਰ ਪਾਏ ਕਿਉਂਕਿ ਉਹਨਾਂ ਨੇ ਗੁਰੂ ਸਾਹਿਬਾਨ ਨੂੰ ਪ੍ਰਤੱਖ ਸਮਝਿਆ ਕਿ ਉਹ ਅੱਜ ਵੀ ਇਸ ਦੁਨੀਆ ਦੇ ਉੱਤੇ ਹੈਗੇ ਨੇ। ਤੇ ਸਾਡੇ ਦਿਲ ਵਿੱਚ ਵੀ ਇਹੀ ਸ਼ਰਧਾ ਹੋਣੀ ਚਾਹੀਦੀ ਹੈ ਕਿ ਅਸੀਂ ਪਾਠ ਕਰ ਰਹੇ ਹਾਂ, ਵਾਹਿਗੁਰੂ ਜੀ ਸੁਣ ਰਹੇ ਨੇ। ਜੇ ਉਹ ਸੁਣ ਰਹੇ ਨੇ ਤਾਂ ਸਾਡੇ ਤਕਲੀਫਾਂ ਦਾ ਅੰਤ ਤਾਂ ਪੱਕਾ ਹੀ ਹੈ, ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੋਣਾ ਚਾਹੀਦਾ। ਪੁਰਾਤਨ ਸਿੱਖਾਂ ਤੇ ਅੱਜ ਦੇ ਸਿੱਖਾਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਹੀ ਗੱਲ ਦਾ ਅੰਤਰ ਹੈ। ਪੁਰਾਤਨ ਸਿੱਖਾਂ ਨੂੰ ਜੇਕਰ ਕੋਈ ਗੁਰੂ ਸਾਹਿਬਾਨ ਜਾਂ ਮਹਾਂਪੁਰਖ ਜਾਂ ਗੁਰਬਾਣੀ ਵਿੱਚੋਂ ਕੋਈ ਸੇਧ ਮਿਲਦੀ ਸੀ ਤਾਂ ਉਹ ਉਸ ਨੂੰ ਸਤ ਬਚਨ ਕਹਿ ਕੇ ਮੰਨ ਲੈਂਦੇ ਸੀ ਹੂ ਬਹੂ। ਪਰ ਅੱਜ ਦੇ ਸਿੱਖ ਕੀ ਕਰਦੇ ਨੇ, ਉਹਨਾਂ ਵਿੱਚ ਇਹੀ ਇੱਕ ਚੀਜ਼ ਦੀ ਕਮੀ ਹੈ,
ਉਹ ਸਤ ਬਚਨ ਨਹੀਂ ਕਹਿੰਦੇ, ਉਹ ਅੱਗਿਓਂ ਕਿੰਤੂ ਪਰੰਤੂ ਕਰਦੇ ਨੇ। ਤੇ ਇਸ ਕਿੰਤੂ ਪਰੰਤੂ ਤੇ ਇਸ ਜਾਲ ਦੇ ਵਿੱਚ ਹੀ ਫਸ ਕੇ ਉਹ ਹੋਰ ਦੁੱਖ ਤਕਲੀਫ ਦੇ ਵਿੱਚ ਫਸ ਜਾਂਦੇ ਨੇ, ਕਿਉਂਕਿ ਗੁਰੂ ਜੀ ਪ੍ਰਤੱਖ ਨੇ। ਗੁਰਬਾਣੀ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਤੇ ਸਭ ਤੋਂ ਸੱਚੀ ਹੈ। ਤੇ ਇਸ ਦੁਨੀਆ ਦੇ ਵਿੱਚ ਪਾਰ ਉਤਾਰਾ ਸਿਰਫ ਗੁਰਬਾਣੀ ਦੇ ਨਾਲ ਹੀ ਹੋ ਸਕਦਾ ਹੈ। ਤੇ ਜੇਕਰ ਅਸੀਂ ਉਸ ਦੇ ਉੱਤੇ ਹੀ ਸ਼ੱਕ ਕਰਾਂਗੇ ਤਾਂ ਫਿਰ ਅਸੀਂ ਆਪਣੇ ਕਰਮਾਂ ਨੂੰ, ਜੋ ਪਹਿਲਾਂ ਹੀ ਮਾੜੇ ਹੋਏ ਨੇ, ਹੋਰ ਮਾੜੇ ਕਰ ਲਵਾਂਗੇ। ਲੋੜ ਬਸ ਇੰਨੀ ਕੀ ਹੈ ਕਿ ਅਸੀਂ ਆਪਣੇ ਕਰਮਾਂ ਨੂੰ ਸ਼ੁੱਧ ਕਰਨ ਦੇ ਲਈ, ਉਹਨਾਂ ਦੇ ਵਿੱਚ ਪੁੰਨਾਂ ਦੇ ਪ੍ਰਤਾਪ ਨੂੰ ਵਧਾਉਣ ਦੇ ਲਈ ਗੁਰੂ ਸਾਹਿਬਾਨ ਦੀ ਓਟ ਲਈਏ। ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜੀਵਨ ਨੂੰ ਜੇਕਰ ਅਸੀਂ ਦੇਖੀਏ ਤਾਂ ਉਹਨਾਂ ਤੋਂ ਸਾਨੂੰ ਇੱਕ ਚੀਜ਼ ਦੀ ਸੇਧ ਲੈਣੀ ਬਣਦੀ ਹੈ ਅਤੇ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ। ਉਹ ਹੈ ਕਿ ਗੁਰਬਾਣੀ ਨਾਲ ਉਹਨਾਂ ਦਾ ਪਿਆਰ, ਗੁਰੂ ਸਾਹਿਬਾਨ ਜੀ ਦੇ ਲਈ ਉਹਨਾਂ ਦਾ ਸਤਿਕਾਰ। ਉਹਨਾਂ ਨੇ ਆਪ ਬਹੁਤ ਜ਼ਿਆਦਾ ਨੇਮ ਕੀਤਾ। ਇਹ ਆਪ ਸਭ ਕੁਝ ਜਾਣੀ ਜਾਣ ਹੋ। ਆਪ ਸਭ ਨਾਨਕਸਰ ਵਿੱਚ ਜਾ ਕੇ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਹੋ, ਜਿੱਥੇ ਉਹਨਾਂ ਨੇ ਇੰਨੀ ਜ਼ਿਆਦਾ ਭਗਤੀ ਕੀਤੀ। ਸਿਰਫ ਭਗਤੀ ਹੀ ਸਾਡੇ ਦੁੱਖਾਂ ਤਕਲੀਫਾਂ ਨੂੰ ਖ਼ਤਮ ਕਰ ਸਕਦੀ ਹੈ। ਇਹਨਾਂ ਮਹਾਂਪੁਰਸ਼ਾਂ ਦੇ ਜੀਵਨ ਨੂੰ ਪੜ੍ਹ ਕੇ, ਉਹਨਾਂ ਦੇ ਤੀਰਥ ਸਥਾਨਾਂ ਦੀ ਯਾਤਰਾ ਕਰਕੇ ਸਾਨੂੰ ਇਹੀ ਸੇਧ ਮਿਲਦੀ ਹੈ ਕਿ ਅਸੀਂ ਵੀ ਗੁਰਬਾਣੀ ਨਾਲ ਜੁੜੀਏ ਅਤੇ ਆਪਣੇ ਦੁੱਖਾਂ ਅਤੇ ਤਕਲੀਫਾਂ ਤੋਂ ਛੁਟਕਾਰਾ ਪਾਈਏ। ਕਿਉਂ ਇਸ ਤਰ੍ਹਾਂ ਦਾ ਜੀਵਨ ਜੀਣਾ ਜਿਸ ਦੇ ਵਿੱਚ ਇੰਨੇ ਦੁੱਖ ਅਤੇ ਤਕਲੀਫਾਂ ਹੋਣ। ਇਸ ਜੀਵਨ ਨੂੰ ਜੋ ਇੰਨਾ ਅਨਮੋਲ ਮਿਲਿਆ ਹੈ, ਉਸ ਨੂੰ ਅਸੀਂ ਸਵਰਗ ਬਣਾਈਏ, ਸਾਰੀਆਂ ਖੁਸ਼ੀਆਂ ਦਾ ਆਨੰਦ ਮਾਣੀਏ। ਪਰ ਕਿਸ ਤਰ੍ਹਾਂ ਦੇ ਨਾਲ? ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ। ਸ਼ੁਰੂਆਤ ਦਿਨ ਦੀ ਵਾਹਿਗੁਰੂ ਜੀ ਦੇ ਨਾਮ ਨਾਲ ਕਰੀਏ, ਦਿਨ ਦਾ ਅੰਤ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਕਰੀਏ, ਤਾਂ ਕਦੀ ਕੋਈ ਦੁੱਖ ਤਕਲੀਫ, ਕੋਈ ਭਵਜਲ ਸਾਡੇ ਨੇੜੇ ਵੀ ਨਹੀਂ ਲੱਗ ਸਕਦਾ। ਵਾਹਿਗੁਰੂ ਜੀ ਆਪ ਹੱਥ ਦੇ ਕੇ, ਪ੍ਰਤੱਖ ਹੋ ਕੇ, ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਨਗੇ, ਕਿਉਂਕਿ ਉਹ ਤਾਂ ਆਪਣੇ ਭਗਤਾਂ ਦੀ ਲਾਜ ਰੱਖਣ ਦੇ ਲਈ ਹੀ ਸਦਾ ਤਿਆਰ ਨੇ। ਸਾਡੇ ਵਿੱਚ ਹੀ ਸ਼ੰਕੇ, ਸਾਡੇ ਵਿੱਚ ਹੀ ਕਮੀਆਂ, ਸਾਡੇ ਵਿੱਚ ਹੀ ਇਹ ਸਾਰੀਆਂ ਕਮੀਆਂ ਨੇ ਜਿਨ੍ਹਾਂ ਕਰਕੇ ਅੱਜ ਤੱਕ ਅਸੀਂ ਦੁੱਖਾਂ ਤਕਲੀਫਾਂ ਦੇ ਵਿੱਚ ਭਟਕ ਕੇ ਕਦੀ ਕਿਸੇ ਤੋਂ ਪੁੱਛਣ ਜਾਂਦੇ ਹਾਂ, ਕਦੀ ਕਿਸੇ ਤੋਂ। ਗੱਲ ਸਿੰਪਲ ਹੈ, ਬਾਣੀ ਦਾ ਸਤਿਕਾਰ ਕਰੋ, ਬਾਣੀ ਨੂੰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਮੰਨੋ, ਜਿਸ ਤਰ੍ਹਾਂ ਦੇ ਨਾਲ ਧੰਨ 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 ਬਾਬਾ ਨੰਦ ਸਿੰਘ ਜੀ ਨੇ ਮੰਨਿਆ। ਉਹਨਾਂ ਮਹਾਂਪੁਰਸ਼ਾਂ ਦੇ ਜੀਵਨ ਬਾਰੇ ਪੜ੍ਹ ਕੇ ਇਹ ਚੀਜ਼ ਪ੍ਰਤੱਖ ਸਾਬਿਤ ਹੋ ਜਾਂਦੀ ਹੈ ਕਿ ਗੁਰਬਾਣੀ ਤੋਂ ਉੱਤੇ ਹੋਰ ਕੁਛ ਨਹੀਂ। ਉਹਨਾਂ ਨੇ ਆਪਣੇ ਸਾਰੇ ਜੀਵਨ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਵਿੱਚ ਹੀ ਬਤੀਤ ਕਰ ਦਿੱਤਾ। ਅਸੀਂ ਦੁਨਿਆਵੀ ਜੀਵ, ਕੰਮਕਾਜੀ ਹਾਂ। ਅਸੀਂ ਆਪਣੇ ਕੰਮ ਦੇ ਨਾਲ ਨਾਲ ਜੇਕਰ ਧੰਨ ਗੁਰੂ ਨਾਨਕ ਜੀ ਦੇ ਨਾਮ ਨੂੰ ਵੀ ਸ਼ਾਮਿਲ ਕਰ ਲਈਏ ਤਾਂ ਸਾਡੇ ਕੰਮਕਾਰ ਵਿੱਚ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋ ਜਾਏਗੀ ਅਤੇ ਸਾਰੀਆਂ ਦੁੱਖ ਤਕਲੀਫਾਂ, ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਏਗਾ। ਬਾਣੀ ਨਾਲ ਜੁੜੋ, ਬਾਣੀ ਦਾ ਓਟ ਆਸਰਾ ਲਓ, ਅੰਮ੍ਰਿਤ ਵੇਲਾ ਸੰਭਾਲੋ, ਧੰਨ ਬਾਬਾ ਨੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹੋ ਅਤੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦੇ ਲਈ ਇੱਕ ਕਦਮ ਵੀ ਤੁਰੋ ਤਾਂ ਜੀਵਨ ਸਵਰਗ ਬਣ ਜਾਏਗਾ ਅਤੇ ਕੋਈ ਕਮੀ ਨਹੀਂ ਰਹੇਗੀ। ਬਸ ਇੰਨੀ ਕੀ ਹੀ ਲੋੜ ਹੈ। ਜੇ ਇਹ ਕਰ ਲਈਏ ਤਾਂ ਸਾਡੇ ਜੀਵਨ ਦੇ ਦੁੱਖ ਤਕਲੀਫ, ਜੋ ਕਿ ਬਹੁਤ ਕਰਮਾਂ ਮਾੜਿਆਂ ਕਰਕੇ ਸਾਡੇ ਜੀਵਨ ਵਿੱਚ ਆਏ ਨੇ, ਉਹ ਮਹੀਨਿਆਂ ਨੂੰ ਖਤਮ ਹੋ ਜਾਣਗੇ, ਹਫ਼ਤਿਆਂ ਵਿੱਚ ਖਤਮ ਹੋ ਜਾਣਗੇ। ਜੋ ਸਾਲਾਂ ਦੇ ਦੁੱਖ ਲਿਖੇ ਹੋਏ ਨੇ, ਜੇ 25 ਸਾਲ ਦਾ ਦੁੱਖ ਹੈ ਤਾਂ 25 ਮਹੀਨਿਆਂ, 25 ਹਫ਼ਤਿਆਂ, 25 ਦਿਨਾਂ ਵਿੱਚ ਵੀ ਵਾਹਿਗੁਰੂ ਜੀ ਖਤਮ ਕਰ ਸਕਦੇ ਨੇ। ਗੱਲ ਸਿਰਫ ਇੰਨੀ ਹੈ ਕਿ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ, ਜਪਜੀ ਸਾਹਿਬ ਜੀ ਦਾ ਪਾਠ, ਮੂਲ ਮੰਤਰ, ਵਾਹਿਗੁਰੂ ਮੰਤਰ, ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਨਾਲ ਜੁੜੀਏ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਕਰੀਏ। ਇਸ ਤਰ੍ਹਾਂ ਦੇ ਨਾਲ ਜੋ ਸਾਲਾਂ ਦੀ ਤਕਲੀਫ ਹੈ ਉਹ ਮਹੀਨਿਆਂ 'ਚ, ਜੋ ਮਹੀਨਿਆਂ ਦੀ ਤਕਲੀਫ ਹੈ ਉਹ ਦਿਨਾਂ ਦੇ ਵਿੱਚ ਖਤਮ ਹੋ ਜਾਏਗੀ ਅਤੇ ਜੀਵਨ ਦੇ ਵਿੱਚ ਖੁਸ਼ੀਆਂ ਅਤੇ ਤਰੱਕੀਆਂ ਨੂੰ ਅਸੀਂ ਮਾਣ ਸਕਦੇ ਹਾਂ ਸਿਰਫ ਅਤੇ ਸਿਰਫ ਗੁਰਬਾਣੀ ਦੇ ਵਿੱਚ। ਗੁਰਬਾਣੀ ਦੇ ਨਾਲ ਜੁੜ ਕੇ ਇਸ ਭਵਜਲ ਦੇ ਵਿੱਚੋਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਵਾਹਿਗੁਰੂ ਜੀ ਦੀ ਕਿਰਪਾ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਅੱਜ ਤੋਂ ਹੀ ਗੁਰਬਾਣੀ ਦਾ ਓਟ ਆਸਰਾ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਪੁਰਾਤਨ ਸਿੱਖਾਂ ਦੇ ਵਾਂਗੂ ਅੱਜ ਦੇ ਸਿੱਖਾਂ ਨੂੰ ਵੀ ਵਾਹਿਗੁਰੂ ਜੀ ਦੇ ਹੁਕਮ ਨੂੰ ਪ੍ਰਤੱਖ ਸਤ ਵਚਨ ਕਰਕੇ ਮੰਨ ਲੈਣਾ ਚਾਹੀਦਾ ਹੈ ਅਤੇ ਆਪਣੀਆਂ ਝੋਲੀਆਂ ਅਸੀਂ ਭਰਵਾ ਸਕਦੇ ਹਾਂ ਅਤੇ ਝੋਲੀਆਂ ਭਰਵਾ ਕੇ ਇਸ ਜੀਵਨ ਦਾ ਆਨੰਦ ਲੈ ਸਕਦੇ ਹਾਂ ਅਤੇ ਇਸ ਜੀਵਨ ਨੂੰ ਸਫਲ ਬਣਾ ਸਕਦੇ ਹਾਂ। ਸੋ ਵੀਡੀਓ ਦੇ ਅੰਤ ਵਿੱਚ ਸਿਰਫ ਇੰਨਾ ਹੀ ਕਹਿਣਾ ਚਾਹੂੰਗੀ ਕਿ ਸਾਨੂੰ ਸਮਝਣ ਅਤੇ ਮੰਨਣ ਦੀ ਲੋੜ ਹੈ ਕਿ ਸਭ ਤੋਂ ਵੱਡੇ ਸਮਰੱਥ ਗੁਰੂ ਸਾਡੇ ਕੋਲ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਜੀ। ਸੋ ਅਸੀਂ ਉਹਨਾਂ ਨੂੰ ਪ੍ਰਤੱਖ ਜਾਣੀਏ ਅਤੇ ਉਹਨਾਂ ਦਾ ਸਤਿਕਾਰ ਕਰੀਏ, ਦਿਲੋਂ ਪਿਆਰ ਕਰੀਏ ਅਤੇ ਗੁਰਬਾਣੀ ਦੇ ਨਾਲ ਜੁੜੀਏ ਅਤੇ ਆਪਣੇ ਮਾੜੇ ਕਰਮਾਂ ਤੋਂ ਛੁਟਕਾਰਾ ਪਾਈਏ ਅਤੇ ਪੁੰਨਾਂ ਦੇ ਵਿੱਚ ਵਾਧਾ ਕਰਵਾਈਏ।
ਤੇ ਇੱਕ ਗੱਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਜੇਕਰ ਤੁਸੀਂ ਗੁਰਬਾਣੀ ਦੇ ਨਾਲ ਜੁੜੋ ਤਾਂ ਕਦੀ ਉਸ ਚੀਜ਼ ਦਾ ਹੰਕਾਰ ਨਾ ਕਰਿਓ ਕਿ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਨਾਲ ਵਾਲਾ ਨਹੀਂ ਪੜ੍ਹਦਾ। ਇਸ ਦੇ ਨਾਲ ਤੁਹਾਡਾ ਕੀਤਾ ਹੋਇਆ ਪਾਠ ਵੀ ਡੁੱਲ ਜਾਏਗਾ, ਕਿਉਂਕਿ ਜੇ ਤੁਸੀਂ ਹਉਮੈ ਜਾਂ ਹੰਕਾਰ ਦੇ ਨਾਲ ਕਦੀ ਬਾਣੀ ਪੜ੍ਹਦੇ ਹੋ ਤਾਂ ਉਸ ਦੇ ਨਾਲ ਤੁਹਾਡੇ ਪੁੰਨ ਤਾਂ ਕੀ ਵਧਣੇ ਨੇ, ਪਾਪ ਹੀ ਹੋਰ ਵੱਧ ਜਾਣਗੇ, ਕਿਉਂਕਿ ਤੁਹਾਡੇ ਮਨ ਦੇ ਅੰਦਰ ਬਹੁਤ ਜ਼ਿਆਦਾ ਹਉਮੈ ਆ ਜਾਏਗੀ। ਹਉਮੈ ਹੀ ਸਭ ਤੋਂ ਵੱਡਾ ਰੋਗ ਹੈ, ਬਹੁਤ ਅਤ ਵੱਡਾ ਰੋਗ ਮੰਨਿਆ ਗਿਆ ਹੈ ਗੁਰਬਾਣੀ ਦੇ ਵਿੱਚ ਹਉਮੈ ਨੂੰ। ਇਸ ਲਈ ਜੇਕਰ ਤੁਸੀਂ ਗੁਰਬਾਣੀ ਦਾ ਓਟ ਆਸਰਾ ਲੈ ਰਹੇ ਹੋ ਤਾਂ ਨਿਮਰਤਾ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਗਹਿਣਾ ਬਣਾ ਲਓ। ਨਿਮਰਤਾ ਰੱਖੋ, ਕਦੀ ਕਿਸੇ ਨੂੰ ਕੋਈ ਨੀਚਾ ਨਾ ਦਿਖਾਓ, ਕਦੀ ਇਹ ਨਾ ਸੋਚੋ ਕਿ ਤੁਸੀਂ ਬਾਣੀ ਪੜ੍ਹਦੇ ਹੋ ਤੇ ਨਾਲ ਵਾਲਾ ਨਹੀਂ ਪੜ੍ਹਦਾ, ਕਿਉਂਕਿ ਗੁਰੂ ਘਰ ਦੇ ਵਿੱਚ ਪਤਾ ਨਹੀਂ ਕਿ ਕਦੋਂ ਕਿਸ ਬੰਦੇ ਨੇ ਤੁਹਾਡੇ ਤੋਂ ਅੱਗੇ ਨਿਕਲ ਜਾਣਾ ਹੈ। ਇਸ ਲਈ ਨਿਮਰਤਾ ਵਿੱਚ ਰਹੋ ਤੇ ਹੰਕਾਰ ਕਦੀ ਨਹੀਂ ਕਰਨਾ ਤੇ ਵਾਹਿਗੁਰੂ ਜੀ ਨੂੰ ਸਦਾ ਹੀ ਪ੍ਰਤੱਖ ਜਾਣਨਾ ਹੈ। ਸਾਰੀਆਂ ਸਮਰੱਥਾਵਾਂ ਉਹਨਾਂ ਦੇ ਹੱਥ ਵਿੱਚ ਨੇ, ਸਾਰੀਆਂ ਬਖਸ਼ਿਸ਼ਾਂ ਉਹਨਾਂ ਦੇ ਹੱਥ ਵਿੱਚ ਨੇ। ਸਾਨੂੰ ਲੋੜ ਹੈ ਬਸ ਆਪਣੇ ਖਾਲੀ ਝੋਲੀਆਂ ਨੂੰ ਭਰਵਾਉਣ ਦੇ ਲਈ ਅਰਦਾਸਾਂ ਕਰਨ ਦੀ। ਅਰਦਾਸ ਕਰਨ ਦੀਆਂ ਜੁਗਤੀਆਂ ਵੀ ਧੰਨ ਬਾਬਾ ਨੰਦ ਸਿੰਘ ਜੀ ਦੱਸਦੇ ਨੇ ਕਿ ਅਰਦਾਸ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ। ਉਹ ਆਪਾਂ ਅਗਲੀ ਵੀਡੀਓ ਵਿੱਚ ਜ਼ਰੂਰ ਗੱਲ ਕਰਾਂਗੇ। ਵੀਡੀਓ ਬਹੁਤ ਵੱਡੀ ਹੋ ਰਹੀ ਹੈ ਤੇ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਵੀ ਸ਼ਬਦ ਚੰਗਾ ਨਾ ਲੱਗਾ ਹੋਏ, ਕੋਈ ਵੀ ਗੱਲ ਗਲਤ ਲੱਗੀ ਹੋਏ ਤਾਂ ਮੈਂ ਖਿਮਾ ਮੰਗਦੀ ਹਾਂ। ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਬਸ ਇੰਨਾ ਹੀ ਸੀ ਕਿ ਆਪਾਂ ਗੁਰਬਾਣੀ ਵੱਲ ਇੱਕ ਕਦਮ ਹੋਰ ਜੁੜ ਜਾਈਏ, ਇੱਕ ਕਦਮ ਹੋਰ ਚੱਲੀਏ ਤੇ ਧੰਨ ਬਾਬਾ ਨੰਦ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਇਸ ਜੀਵਨ ਨੂੰ ਸਵਰਗ ਬਣਾਈਏ, ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਪਾਈਏ। ਬਹੁਤ ਹੀ ਸਿੰਪਲ ਚੀਜ਼ ਹੈ, ਸਿਰਫ ਗੁਰਬਾਣੀ ਨੂੰ ਮੰਨਣਾ ਸ਼ੁਰੂ ਕਰੋ, ਗੁਰਬਾਣੀ ਦੇ ਉੱਤੇ ਵਿਸ਼ਵਾਸ ਰੱਖੋ, ਪਾਠ ਕਰੋ, ਵਾਹਿਗੁਰੂ ਜੀ ਦੇ ਨਾਲ ਜੁੜੋ, ਉਹਨਾਂ ਵਿੱਚ ਸ਼ਰਧਾ ਵਿਸ਼ਵਾਸ ਰੱਖਣਾ ਸ਼ੁਰੂ ਕਰੋ। ਇੱਕ ਦਿਨ ਬਹੁਤ ਜ਼ਿਆਦਾ ਫਰਕ ਆਏਗਾ ਕਿ ਤੁਸੀਂ ਬਾਕੀਆਂ ਨੂੰ ਦੱਸਣ ਜੋਗੇ ਹੋ ਜਾਓਗੇ। ਵਾਹਿਗੁਰੂ ਸਭ 'ਤੇ ਮਿਹਰ ਭਰੀ ਦਾ ਹੱਥ ਰੱਖਣ, ਮੇਰੇ 'ਤੇ ਵੀ ਰੱਖਣ, ਹੋਈਆਂ ਭੁੱਲਾਂ ਦੀ ਮਾफ़ੀ ਦੇ ਦੇਣਾ। ਜੇਕਰ ਕੋਈ ਸ਼ਬਦ ਚੰਗਾ ਨਾ ਲੱਗਾ ਹੋਏ ਤਾਂ ਉਸ ਦੀ ਮਾफ़ੀ ਦੇ ਦੇਣਾ। ਮਕਸਦ ਸਿਰਫ ਇੰਨਾ ਹੀ ਸੀ ਕਿ ਕੋਈ ਸੁਣੇ ਤਾਂ ਗੁਰਬਾਣੀ ਦੇ ਨਾਲ ਹੀ ਜੁੜੇ, ਬਸ ਇਸ ਤੋਂ ਜ਼ਿਆਦਾ ਕੁਛ ਨਹੀਂ। ਧੰਨ ਬਾਬਾ ਨੰਦ ਸਿੰਘ ਜੀ ਸਾਰਿਆਂ ਦੇ ਉੱਤੇ ਮਿਹਰ ਭਰੀ ਦਾ ਹੱਥ ਰੱਖਣ। ਧੰਨ ਗੁਰੂ ਨਾਨਕ ਦੇਵ ਜੀ ਸਾਨੂੰ ਸਾਰਿਆਂ ਨੂੰ ਜੀਵਨ ਦੇ ਵਿੱਚ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨ, ਸਾਡੇ ਉੱਤੇ ਮਿਹਰ ਭਰੀ ਦਾ ਹੱਥ ਰੱਖਣ ਤੇ ਸਾਡੀਆਂ ਅਰਦਾਸਾਂ ਸੁਣਨ ਤੇ ਵਾਹਿਗੁਰੂ ਜੀ ਸਦਾ ਸਾਡੇ ਅੰਗ ਸੰਗ ਸਹਾਈ ਹੋਣ ਤੇ ਸਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇੰਨੀਆਂ ਹੀ ਬੇਨਤੀਆਂ ਦੇ ਨਾਲ ਵੀਡੀਓ ਨੂੰ ਖ਼ਤਮ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।